डॉक्टर नबीला रहमान जी, वाइस चांसलर जंग यूनिवर्सिटी, ਤੇ ਇਸ ਕਾਨਫਰੰਸ ਦੇ ਸਮੁੱਚੇ ਪ੍ਰਬੰਧਕਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਸ ਕਾਨਫਰੰਸ ਵਿੱਚ ਸ਼ਾਮਲ ਹੋ ਸਕਾਂ। ਇਸ ਕਾਨਫਰੰਸ ਵਿੱਚ ਮੇਰਾ ਪੇਪਰ ਹੈ ਗੋਡ ਪਾਰਟੀਕਲ ਤੇ ਮੌਜੂਦਾ ਸਮੇਂ ਵਿੱਚ ਇਹਦੀ ਰੈਲੀਵੈਂਸ ਕੀ ਹੈ। ਕੁਦਰਤ ਅਨੰਤ ਹੈ ਤੇ ਅਨੰਤ ਹੈ ਇਸ ਦਾ ਪਸਾਰਾ। ਇਸ ਪਸਾਰੇ ਵਿੱਚ ਇਹ ਸੂਰਜ, ਇਹ ਚੰਦ, ਤਾਰੇ, ਧਰਤੀਆਂ, ਗ੍ਰਹਿ, ਪਹਾੜ ਤੇ ਸਮੁੰਦਰ ਆਉਂਦੇ ਨੇ ਤੇ ਮਨੁੱਖ ਨੇ ਜਦ ਤੋਂ ਵੀ ਸੋਚਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਇਹ ਪ੍ਰਸ਼ਨ ਉਸਦੇ ਮਨ ਵਿੱਚ ਪੈਦਾ ਹੋਇਆ ਕਿ ਇਸ ਸਮੁੱਚੀ ਕਾਇਨਾਤ ਦੀ ਸਿਰਜਣਾ ਕਿੰਝ ਹੋਈ, ਕਿਸ ਨੇ ਇਹ ਸਿਰਜਣਾ ਕੀਤੀ। ਸਾਡੇ ਸਮੁੱਚੇ ਧਰਮ ਇਸ ਸਿਰਜਣਾ ਨੂੰ ਕਰਤਾਰੀ ਸ਼ਕਤੀ ਵੱਲੋਂ ਸਿਰਜੀ ਸਮਝਦੇ ਹਨ। ਇੱਥੋਂ ਤੱਕ ਕਿ ਗੁਰਬਾਣੀ ਦੇ 1035 ਅੰਕ ਤੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਕਿ ਅਰਬਤ ਨਰਬਤ ਧੰਦੂਕਾਰਾ, ਤਰਤ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ, ਜਾਂ ਤਿਸ ਪਾਵਾ ਤਾਂ ਜਗਤ ਉਪਾਇਆ। ਪਰ ਵਿਗਿਆਨ ਹਰ ਕਿਰਿਆ ਨੂੰ, ਹਰ ਉਤਪਤੀ ਨੂੰ ਤਰਕ ਦੀ ਕਸਵੱਟੀ 'ਤੇ ਪਰਖਦੀ ਹੈ ਤੇ ਵਿਗਿਆਨੀਆਂ ਨੇ ਜਦ ਤੋਂ ਕਾਇਨਾਤ ਦੀ ਕੁਦਰਤੀ ਸਿਰਜਣਾ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਵਿਗਿਆਨੀਆਂ ਨੇ ਮੋਲੀਕਿਊਲ, ਐਟਮ, ਸਬ ਐਟੋਮਿਕ ਪਾਰਟੀਕਲਸ, ਇਲੈਕਟ੍ਰੋਨ, ਪ੍ਰੋਟੋਨ ਔਰ ਇਸ ਤੋਂ ਬਾਅਦ ਉਹਨਾਂ ਨੇ ਨਿਊਟ੍ਰੀਨੋ, ਪਾਈ ਮੀਜ਼ੋਨ ਜਾਂ ਡਿਫਰੈਂਟ ਪਾਰਟੀਕਲ ਜਿਹੜੇ ਨੇ ਸੀ ਉਹਨਾਂ ਨੇ ਖੋਜ ਕਰ ਲਈ। ਔਰ ਇਹਨਾਂ ਐਲੀਮੈਂਟਰੀ ਸਬ ਐਟੋਮਿਕ ਪਾਰਟੀਕਲ ਨੂੰ ਉਹਨਾਂ ਨੇ ਦੋ ਹਿੱਸਿਆਂ ਵਿੱਚ ਡਿਵਾਈਡ ਕੀਤਾ। ਇੱਕ ਸੀ ਬੋਸੋਨਸ, ਜਿਹੜੇ ਬੋਸ ਆਈਨਸਟਾਈਨ ਸਟੈਟਿਸਟਿਕਸ ਨੂੰ ਓਬੇ ਕਰਦੇ ਨੇ, ਬੇਸਿਕਲੀ ਅਸੀਂ ਇਹਨਾਂ ਨੂੰ ਫੋਰਸ ਪਾਰਟੀਕਲ ਕਹਿੰਦੇ ਹਾਂ। ਅਤੇ ਦੂਜੇ ਸੀ ਜਿਹੜੇ ਫਰਮੀ ਡਰੈਕ ਸਟੈਟਿਸਟਿਕਸ ਨੂੰ ਓਬੇ ਕਰਦੇ ਆ, ਉਹਨਾਂ ਨੂੰ ਅਸੀਂ ਫਰਮੀਓਨਸ ਕਹਿੰਦੇ ਹਾਂ। ਔਰ ਫਰਮੀਓਨ ਦੇ ਵਿੱਚ ਜਿਹੜੇ ਪਾਰਟੀਕਲ ਆਉਂਦੇ ਨੇ ਉਹ ਸਾਡੇ ਨੇ ਪ੍ਰੋਟੋਨ ਹੈ, ਨਿਊਟਰੋਨ ਹੈ, ਇਲੈਕਟ੍ਰੋਨ ਹੈ, ਨਿਊਟ੍ਰੀਨੋ ਨੇ, ਇਹ ਸਾਰੇ ਫਰਮੀਓਨ ਦੇ ਵਿੱਚ ਆਉਂਦੇ ਨੇ। ਪਰ ਸਭ ਤੋਂ ਵੱਡਾ ਕੁਐਸਚਨ ਇਹ ਸੀ ਕਿ ਇਹ ਪਾਰਟੀਕਲ ਕਿਸ ਤਰ੍ਹਾਂ ਬਣੇ। ਫਿਰ 1929 ਦੇ ਵਿੱਚ ਐਡਵਨ ਤੇ ਹਬਲ ਨੇ ਇਹ ਕਿਹਾ ਕਿ ਯੂਨੀਵਰਸ ਐਕਸਪੈਂਡ ਹੋ ਰਿਹਾ ਹੈ ਔਰ ਇਹਦੇ ਵਾਸਤੇ ਬਿਗ ਬੈਂਗ ਥਿਊਰੀ ਜਿਹੜੀ ਸੀ ਉਹ ਅਜ਼ਿਊਮ ਕੀਤੀ ਗਈ ਕਿ ਅਪਰੋਕਸੀਮੇਟਲੀ 13 ਬਿਲੀਅਨ ਈਅਰਸ ਅਗੋ ਇੱਕ ਬਹੁਤ ਵੱਡਾ ਬਿਗ ਬੈਂਗ, ਬੜਾ ਧਮਾਕਾ ਹੋਇਆ ਔਰ ਉਹਦੇ ਵਿੱਚੋਂ ਇਹ ਸਮੁੱਚੇ ਕਾਇਨਾਤ ਦੀ ਸਿਰਜਣਾ ਹੋਈ। ਔਰ ਇਹ ਯੂਨੀਵਰਸ ਜਿਹੜਾ ਐਕਸਪੈਂਡ ਹੋ ਰਿਹਾ, ਇਹਦੀ ਜਿਹੜਾ ਬਿਗ ਬੈਂਗ ਥਿਊਰੀ ਦੇ ਰਾਹੀਂ ਜਿਹੜੀ ਐਨਰਜੀ ਪੈਦਾ ਹੋਈ ਸੀ, ਇਹਦੀ ਰੈਜ਼ੀਡਿਊ ਐਨਰਜੀ ਜਿਹੜੀ ਸੀ 1965 ਦੇ ਵਿੱਚ ਵਿਗਿਆਨੀਆਂ ਵੱਲੋਂ ਲੱਭੀ ਗਈ ਔਰ ਇਸ ਕਰਕੇ 1978 ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਪਰ ਕੁਐਸਚਨ ਫਿਰ ਇਹ ਆਧਾਰਿਤ ਸੀ ਕਿ ਬਿਗ ਬੈਂਗ ਦੇ ਦੌਰਾਨ ਜਦੋਂ ਐਡਾ ਵੱਡਾ ਬਿਗ ਬੈਂਗ ਹੋਇਆ, ਉਹ ਵੱਡੀ ਇੰਨੀ ਐਨਰਜੀ ਜਿਹੜੀ ਪੈਦਾ ਹੋਈ ਸੀ, ਸਭ ਤੋਂ ਪਹਿਲਾਂ ਉਸ ਐਨਰਜੀ ਤੋਂ ਕਿਹੜਾ ਪਾਰਟੀਕਲ ਪੈਦਾ ਹੋਇਆ ਔਰ ਉਸ ਪਾਰਟੀਕਲ ਤੋਂ ਬਾਅਦ ਫਿਰ ਬਾਕੀ ਜਿਹੜੇ ਸਬ ਐਟੋਮਿਕ ਪਾਰਟੀਕਲ ਦੀ ਸਿਰਜਣਾ ਹੋਈ ਤੇ ਫਿਰ ਸਮੁੱਚੇ ਕਾਇਨਾਤ ਦੀ ਸਿਰਜਣਾ ਹੋਈ। ਇਹਦੇ ਵਾਸਤੇ 1964 ਦੇ ਵਿੱਚ 6 ਵਿਗਿਆਨੀਆਂ ਨੇ ਨਿਊਕਲੀਅਰ ਫਿਜ਼ਿਕਸ ਦਾ ਇੱਕ ਸਟੈਂਡਰਡ ਮਾਡਲ ਨੂੰ ਸਮਝਣ ਵਾਸਤੇ ਹਿਗਸ ਬੋਸੋਨ ਜਿਹੜਾ ਸੀ ਉਹਨੂੰ ਮੰਨਿਆ ਕਿ ਜਦੋਂ ਬਿਗ ਬੈਂਗ ਹੋਇਆ ਹੈ ਉਦੋਂ ਹਿਗਸ ਫੀਲਡ ਪੈਦਾ ਹੋਇਆ ਔਰ ਇਸ ਫੀਲਡ ਦੇ ਵਿੱਚ ਹਿਗਸ ਬੋਸੋਨ ਜਿਹੜਾ ਸੀ ਪਹਿਲਾ ਪਾਰਟੀਕਲ ਉਹ ਪੈਦਾ ਹੋਇਆ ਸੀ। ਇਹ ਗੱਲ 1964 ਦੀ ਹੈ ਔਰ ਇਹ 1964 ਜਦੋਂ ਇਹ ਕਿਹਾ ਗਿਆ ਕਿ ਇਹ ਬਿਗ ਬੈਂਗ ਦੇ ਦੌਰਾਨ ਪੈਦਾ ਹੋਇਆ ਤਾਂ ਇਸ ਪਾਰਟੀਕਲ ਨੂੰ ਲੱਭਣ ਵਾਸਤੇ ਵਿਗਿਆਨੀਆਂ ਨੇ ਸੁਚੇਤ ਪੱਧਰ 'ਤੇ ਆਪਣੀ ਐਫਰਟ ਸ਼ੁਰੂ ਕਰ ਦਿੱਤੀਆਂ ਕਿਉਂਕਿ ਬਿਗ ਬੈਂਗ ਦੇ ਵਿੱਚ ਐਨਰਜੀ ਬਹੁਤ ਜ਼ਿਆਦਾ ਪੈਦਾ ਹੋਈ ਸੀ ਔਰ ਇਹ ਐਕਸਪੈਰੀਮੈਂਟ ਕਿ ਉਸ ਬਿਗ ਬੈਂਗ ਵਰਗੀਆਂ ਕੰਡੀਸ਼ਨਸ ਪੈਦਾ ਕਰਕੇ ਹੀ ਅਸੀਂ ਹਿਗਸ ਬੋਸੋਨ ਨੂੰ ਲੱਭ ਸਕਦੇ ਹਾਂ। ਇਸ ਵਾਸਤੇ 1983 ਦੇ ਵਿੱਚ ਦੁਨੀਆ ਭਰ ਦੇ 6 ਦੇਸ਼ਾਂ ਨੇ ਇੱਕ ਸੰਸਥਾ ਜਿਹੜੀ ਬਣਾਈ, ਉਹਨੂੰ ਅਸੀਂ ਕਹਿੰਦੇ CERN, CERN, ਯੂਰਪੀਅਨ ਸੈਂਟਰ ਫਾਰ ਨਿਊਕਲੀਅਰ ਰਿਸਰਚ। ਇਹ ਰਿਸਰਚ ਕਿਉਂਕਿ ਬੜਾ ਮਹਿੰਗਾ ਸੀ, ਬੜਾ ਲੰਬਾ ਸਮਾਂ ਚੱਲਣ ਵਾਲਾ ਐਕਸਪੈਰੀਮੈਂਟ ਸੀ, ਇਸ ਕਰਕੇ ਸਾਰੇ ਦੁਨੀਆ ਦੇ ਦੇਸ਼ਾਂ ਨੇ ਆਪਣੀ
ਇੰਟਲੈਕਟ ਦਾ ਯੋਗਦਾਨ ਵੀ ਪਾਇਆ, ਪੈਸੇ ਦਾ ਯੋਗਦਾਨ ਵੀ ਪਾਇਆ। ਔਰ ਇਹ ਫਿਰ ਇੱਕ LHC ਲਾਰਜ ਹਾਈਡਰੋਨ ਕੋਲਾਈਡਰ ਇੱਕ ਲੈਬ ਡਿਵੈਲਪ ਕੀਤੀ ਗਈ। ਲੈਬ ਇਹ ਅੰਡਰਗਰਾਊਂਡ ਡਿਵੈਲਪ ਕੀਤੀ ਗਈ। ਇਹ ਫਰਾਂਸ ਅਤੇ ਸਵਿਟਜ਼ਰਲੈਂਡ ਦੀ ਸਰਹੱਦ 'ਤੇ ਬਣਾਈ ਗਈ। ਇਹ 27 ਕਿਲੋਮੀਟਰ ਘੇਰੇ ਦੇ ਵਿੱਚ ਇਹ ਲੈਬ ਬਣਾਈ ਗਈ, ਜਿਹਦਾ ਡਾਇਆਮੀਟਰ ਜਿਹੜਾ 3.8 ਮੀਟਰ ਵਾਈਡ ਸੀ ਔਰ ਧਰਤੀ ਦੇ ਹੇਠਾਂ 50 ਤੋਂ ਲੈ ਕੇ 175 ਮੀਟਰ ਇਹ ਧਰਤੀ ਦੇ ਹੇਠਾਂ ਸੀ, ਜਿਹਦੇ ਵਿੱਚ 100 ਦੇਸ਼ਾਂ ਦੇ ਵਿਗਿਆਨੀ ਜਿਹੜੇ ਸੀ ਉਹ ਕੰਮ ਕਰਦੇ ਸੀ। ਔਰ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਐਕਸਪੈਰੀਮੈਂਟ ਸੀ। ਇਹ ਐਕਸਪੈਰੀਮੈਂਟ 1983 ਦੇ ਵਿੱਚ CERN ਦੀ ਖੋਜ ਹੁੰਦੀ ਹੈ, CERN ਦੀ ਡਿਵੈਲਪਮੈਂਟ ਹੁੰਦੀ ਆ। ਔਰ ਇਹਦੇ ਵਿੱਚ ਵਿਗਿਆਨੀ ਨੇ ਕਿਹਾ ਕਿ ਜੇ ਅਸੀਂ ਬਿਗ ਬੈਂਗ ਵਰਗੀ ਕੰਡੀਸ਼ਨ ਪੈਦਾ ਕਰਨੀ ਆ, ਅਤੇ ਸਾਨੂੰ ਓਨੀ એનર્ਜੀ ਪੈਦਾ ਕਰਨ ਵਾਸਤੇ ਉਹਨਾਂ ਨੇ ਪ੍ਰੋਟੋਨ ਦੀਆਂ 2 ਬੀਮਸ ਜਿਹੜੀਆਂ ਸੀ ਉਹ ਪੈਦਾ ਕੀਤੀਆਂ, ਜਿਨ੍ਹਾਂ ਦੀ ਹਰ ਬੀਮ ਦੀ એનર્ਜੀ 4 ਟੈਰਾ ਇਲੈਕਟ੍ਰੋਨ ਵੋਲਟ ਹੈ। ਇਲੈਕਟ੍ਰੋਨ ਵੋਲਟ ਐਲੀਮੈਂਟਰੀ ਪਾਰਟੀਕਲ ਦੀ એનર્ਜੀ ਦੀ ਇੱਕ ਇਕਾਈ ਹੈ, ਐਂਡ 1 ਇਲੈਕਟ੍ਰੋਨ ਵੋਲਟ ਜਿਹੜੀ ਹੈ 1.6 × 10⁻⁹ ਜੂਲ ਦੇ ਬਰਾਬਰ ਹੁੰਦੀ ਹੈ। ਔਰ ਜਦੋਂ ਇਹ 2 ਪ੍ਰੋਟੋਨ ਜਿਨ੍ਹਾਂ ਦੀ એનર્ਜੀ 4 ਟੈਰਾ ਇਲੈਕਟ੍ਰੋਨ ਵੋਲਟ ਸੀ, ਵੈਨ ਦੇ ਆਰ ਮੂਵਿੰਗ ਇਨ ਆਪੋਜ਼ਿਟ ਡਾਇਰੈਕਸ਼ਨ ਦੇ ਕੋਲਾਈਡ ਵਿਦ ਈਚ ਅਦਰ, ਦੈਨ the conditions like Big Bang were created inside this CERN lab, in CERN lab। ਔਰ ਇਹ ਜਦੋਂ ਇਹ ਐਕਸਪੈਰੀਮੈਂਟ ਕੀਤਾ ਗਿਆ ਤਾਂ ਇਸ ਜਦੋਂ ਕੋਲੀਜ਼ਨ ਹੋਈ ਆ, એનર્ਜੀ ਪੈਦਾ ਹੋਈ ਆ, ਤਾਂ ਉਹਦੇ ਵਿੱਚ ਕੀ ਹੋਇਆ, ਕਿਹੜਾ ਪਾਰਟੀਕਲ ਪੈਦਾ ਹੋ ਰਿਹਾ, ਇਹਦੇ ਵਾਸਤੇ 2 ਵੱਖਰੀਆਂ ਟੀਮਾਂ, ਇੱਕ ਸੀ ਐਟਲਸ, ਦੂਜੀ ਸੀ CMS, 2 ਗਰੁੱਪਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੰਡੀਪੈਂਡੈਂਟਲੀ ਇਹ ਦੇਖਣਾ ਕਿ ਪਾਰਟੀਕਲ ਕਿਹੜਾ ਪੈਦਾ ਹੋਇਆ ਸੀ। ਔਰ ਉਹਨਾਂ ਨੇ ਦੋਨਾਂ ਟੀਮਾਂ ਨੇ 4 ਜੁਲਾਈ 2012 ਨੂੰ ਇਹ ਡਿਕਲੇਅਰ ਕੀਤਾ ਕਿ ਜਦੋਂ 2 ਪ੍ਰੋਟੋਨ ਆਪਸ ਵਿੱਚ ਕੋਲਾਈਡ ਕੀਤੇ ਸੀ, ਬਿਗ ਬੈਂਗ ਵਰਗੀ ਕੰਡੀਸ਼ਨ ਪੈਦਾ ਹੋਈ ਸੀ, ਤਾਂ ਉਦੋਂ ਇਹ ਜਿਹੜਾ ਪਾਰਟੀਕਲ ਸੀ ਇਹ ਹਿਗਸ ਬੋਸੋਨ ਹੀ ਪੈਦਾ ਹੋਇਆ ਸੀ। ਸੋ ਅਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ 1964 ਦੇ ਵਿੱਚ ਇਹਨੂੰ 6 ਵਿਗਿਆਨੀਆਂ ਨੇ ਅਜ਼ਿਊਮ ਕੀਤਾ ਕਿ ਹਿਗਸ ਬੋਸਨ ਹੋ ਸਕਦਾ ਹੈ ਕਿ ਉਦੋਂ ਪੈਦਾ ਹੋਇਆ ਹੋਵੇ, ਅਤੇ ਅਪਰੋਕਸੀਮੇਟਲੀ 50 ਸਾਲਾਂ ਬਾਅਦ ਇਹ ਕਨਫਰਮ ਹੁੰਦਾ ਕਿ ਵਾਕਿਆ ਹੀ ਇਹ ਹਿਗਸ ਬੋਸੋਨ ਸੀ, ਜਿਹੜਾ ਬਿਗ ਬੈਂਗ ਦੇ ਦੌਰਾਨ ਪਹਿਲੀ ਸਟੇਜ ਵਿੱਚ એનર્ਜੀ ਜਦੋਂ ਮੈਸ ਵਿੱਚ ਕਨਵਰਟ ਹੁੰਦੀ ਆ, ਉਦੋਂ ਪਹਿਲਾ ਪਾਰਟੀਕਲ ਜਿਹੜਾ ਬਣਿਆ ਸੀ ਉਹ ਹਿਗਸ ਬੋਸੋਨ ਹੀ ਸੀ। ਔਰ ਫਿਰ ਜਿਹੜਾ ਪੀਟਰ ਹਿਗਸ ਸੀ, ਜਿਹੜਾ ਵਿਗਿਆਨੀ ਜਿਹਨੇ ਹਿਗਸ ਬੋਸੋਨ ਦੀ ਅਜ਼ੰਪਸ਼ਨ ਕੀਤੀ ਸੀ, ਜਿਹੜਾ ਮੰਨਿਆ ਸੀ ਕਿ ਜਿਹਨੇ ਇਹ ਥਿਊਰੀ ਦਿੱਤੀ ਸੀ, ਉਹਨੂੰ ਅਕਤੂਬਰ 2013 ਦੇ ਵਿੱਚ ਨੋਬਲ ਪ੍ਰਾਈਜ਼ ਦੇ ਨਾਲ ਨਵਾਜ਼ਿਆ ਗਿਆ। ਔਰ ਇਹ 50 ਸਾਲ ਬਾਅਦ ਕਿਸੇ ਦੀ ਖੋਜ ਨੂੰ ਮਾਨਤਾ ਮਿਲਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਹੁਣ ਕੁਐਸਚਨ ਹੁੰਦਾ ਕਿ ਇਹ ਹਿਗਸ ਬੋਸੋਨ ਨੂੰ ਗੋਡ ਪਾਰਟੀਕਲ ਕਿਉਂ ਕਹਿੰਦੇ ਨੇ। ਦਰਅਸਲ 1993 ਦੇ ਵਿੱਚ ਨੋਬਲ ਲੌਰੀਏਟ ਲਾਇਨ M ਲੈਡਰਮੈਨ ਅਤੇ ਡਿਕ ਟੈਰਸੀ ਨੇ ਨਿਊਕਲੀਅਰ ਫਿਜ਼ਿਕਸ ਬਾਰੇ ਇੱਕ ਕਿਤਾਬ ਜਿਹੜੀ ਇਸ ਪਾਰਟੀਕਲ ਹਿਗਸ ਬੋਸੋਨ ਬਾਰੇ ਸੀ, ਉਸ ਕਿਤਾਬ ਦਾ ਨਾਂ ਲਿਖਿਆ ਸੀ ਗੋਡ ਡੈਮ ਪਾਰਟੀਕਲ। ਪਰ ਪਬਲਿਸ਼ਰ ਨੇ ਕਿਹਾ ਕਿ ਨਹੀਂ, ਗੋਡ ਡੈਮ ਪਾਰਟੀਕਲ ਇਹ ਨਾਮ ਸਹੀ ਨਹੀਂ, ਇਹਦਾ ਨਾਂ ਆਪਾਂ ਇਕੱਲਾ ਕਿਤਾਬ ਦਾ ਨਾਮ ਗੋਡ ਪਾਰਟੀਕਲ ਰੱਖਦੇ ਹਾਂ। ਔਰ ਉਸ ਤੋਂ ਬਾਅਦ ਇਸ ਹਿਗਸ ਬੋਸੋਨ ਦਾ ਨਾਮ ਗੋਡ ਪਾਰਟੀਕਲ ਬਣ ਗਿਆ। ਪਰ ਇਸ ਪਾਰਟੀਕਲ ਦਾ ਰੱਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਸਿਰਫ ਨਾਮ ਹੈ, ਕਿਤਾਬ ਦੇ ਨਾਂ ਤੋਂ ਇਹਦਾ ਜਿਹੜਾ ਨਾਮ ਪਿਆ ਸੀ। ਹੁਣ ਕੁਐਸਚਨ ਇਹ ਹੁੰਦਾ ਕਿ ਜਦੋਂ ਕੋਈ ਵੀ ਇਹ ਜਿਹੜੀ ਇੱਕ ਖੋਜ ਹੋਈ ਹੈ ਹਿਗਸ ਬੋਸੋਨ ਦੀ, ਇਹਦੇ ਨਾਲ ਸਾਡਾ ਸਟੈਂਡਰਡ ਮਾਡਲ ਜਿਹੜਾ ਹੈ ਯੂਨੀਵਰਸ ਦਾ ਹੈ ਉਹ ਇੱਕ ਪੂਰਨ ਹੋ ਜਾਂਦਾ ਹੈ। ਇਹਦੇ ਨਾਲ ਅਸੀਂ ਬਲੈਕ ਮੈਟਰ ਔਰ ਅਦਰ ਸੀਕ੍ਰੇਟਸ ਆਫ ਨੇਚਰ ਜਿਹੜੇ ਨੇ ਉਹਨਾਂ ਦਾ ਪਤਾ ਲੱਗੇਗਾ। ਔਰ it may be give some solution for our energy problems. There are so many other energy problems. ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਸਾਇੰਸ ਦੇ ਵਿੱਚ ਇੱਕ ਖੋਜ ਹੁੰਦੀ ਹੈ ਤਾਂ ਇਹ ਖੋਜ ਨਵੀਆਂ ਸੰਭਾਵਨਾਵਾਂ, ਨਵੇਂ ਪ੍ਰਸ਼ਨ ਅਤੇ ਨਵੀਆਂ ਚੁਣੌਤੀਆਂ ਨੂੰ ਜਨਮ ਵੀ ਦਿੰਦੀ ਹੈ। ਔਰ ਇਹਦੇ ਨਾਲ ਕਈ ਨਵੇਂ ਜਿਹੜੇ ਸੁਪਨੇ, ਨਵੀਆਂ ਸੰਭਾਵਨਾਵਾਂ ਵੀ ਉਜਾਗਰ ਹੋ ਸਕਦੀਆਂ ਨੇ। ਇਹਦੇ ਬਾਰੇ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਡੇ ਨਾਲ ਸਾਰੇ ਹਾਜ਼ਰੀਨ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ
ਇੱਕ ਸੂਫੀ ਮਹਾਂਪੁਰਖ ਨੇ ਸਾਈਂ ਕਾਕਾ ਜੀ, ਜਿਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ, ਪੰਜਾਬੀ ਦੀ ਬਹੁਤ ਵੱਡੀ ਔਥਰ ਹੈ ਅੰਮ੍ਰਿਤਾ ਪ੍ਰੀਤਮ, ਉਹਦੇ ਨਾਲ ਰਲ ਕੇ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਲਾਲ ਧਾਗੇ ਦਾ ਰਿਸ਼ਤਾ। ਉਹ ਇੱਕ ਵਾਰ ਮੈਨੂੰ ਟੋਰਾਂਟੋ ਮਿਲੇ ਅਤੇ ਮੇਰੀ ਉਹਨਾਂ ਨਾਲ ਗੌਡ ਪਾਰਟੀਕਲ ਬਾਰੇ ਗੱਲ ਹੋ ਰਹੀ ਸੀ ਕਿ ਜਦੋਂ ਬਿਗ ਬੈਂਗ ਹੋਈ ਔਰ ਉਸ ਸਟੇਜ 'ਤੇ ਐਨਰਜੀ ਜਿਹੜੀ ਸੀ ਗੌਡ ਪਾਰਟੀਕਲ ਦੇ ਵਿੱਚ ਹਿਗਸ ਬੋਸੋਨ, ਜਿਹਨੂੰ ਅਸੀਂ ਗੌਡ ਪਾਰਟੀਕਲ ਕਹਿੰਦੇ, ਉਹਦੇ ਵਿੱਚ ਕਨਵਰਟ ਹੋਈ। ਐਂਡ ਉਸ ਤੋਂ ਬਾਅਦ ਇਹ ਐਲੀਮੈਂਟਰੀ ਪਾਰਟੀਕਲ, ਸਬ ਐਟੋਮਿਕ ਪਾਰਟੀਕਲ, ਮੈਟਰ, ਐਟਮ, ਮੋਲੀਕਿਊਲਸ, ਮੈਟਰ, ਐਂਡ ਹਰ ਚੀਜ਼ ਦੀ ਜਿਹੜੀ ਉਹ ਸਿਰਜਣਾ ਹੋਈ। ਤਾਂ ਉਹਨਾਂ ਦਾ ਇੱਕ ਬੜਾ ਵਧੀਆ ਪ੍ਰਸ਼ਨ ਸੀ ਕਿ ਦਰਅਸਲ ਉਹ ਕਹਿੰਦੇ ਕਿ ਇਹ ਮਨੁੱਖੀ ਸੋਚ ਦੀ ਉਡਾਨ ਹੈ ਕਿ ਉਹ ਇੱਥੋਂ ਤੱਕ ਪਹੁੰਚ ਗਈ ਆ। ਪਰ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਜਿਹੜੀ ਇਹ ਐਨਰਜੀ ਹੈ, ਇਹ ਐਨਰਜੀ ਕਿੱਥੋਂ ਆਈ ਸੀ? ਅਸੀਂ ਗੱਲ ਕਰਦੇ ਹਾਂ ਕਿ ਐਨਰਜੀ ਗੌਡ ਪਾਰਟੀਕਲ ਵਿੱਚ ਕਨਵਰਟ ਹੋਈ ਐਂਡ ਦੈਨ ਸਾਡੀ ਸਮੁੱਚੀ ਕਾਇਨਾਤ ਦੀ ਸਿਰਜਣਾ ਹੋਈ। ਪਰ ਇਹ ਐਨਰਜੀ ਕਿੱਥੋਂ ਆਈ? ਔਰ ਇਹ ਬਹੁਤ ਵੱਡਾ ਪ੍ਰਸ਼ਨ ਹੈ ਕਿ ਹੋ ਸਕਦਾ ਕਿ ਵਿਗਿਆਨੀ ਜਿਹੜੇ ਸੀ ਹੁਣ ਇਸ ਬਾਰੇ ਜ਼ਰੂਰ ਸੋਚਣਗੇ, ਇਸ ਦਾ ਕੋਈ ਨਾ ਕੋਈ ਸਬਬ ਬਣੇਗਾ ਕਿ ਇਹ ਐਨਰਜੀ ਦਾ ਸੋਰਸ ਕੀ ਹੈ, ਕਿਉਂ ਇਹ ਐਨਰਜੀ ਪੈਦਾ ਹੋਈ ਹੈ। ਔਰ ਦੂਜੀ ਜਿਹੜੀ ਗੱਲ ਹੈ ਕਿ ਕਈ ਵਾਰ ਇਹ ਪ੍ਰਸ਼ਨ ਵੀ ਪੈਦਾ ਕੀਤਾ ਜਾਂਦਾ ਹੈਗਾ ਕਿ ਇਹ ਜਿਹੜੀਆਂ ਵਿਗਿਆਨਕ ਖੋਜਾਂ ਨੇ ਇਹ ਕੀ ਮਨੁੱਖੀ ਭਲਾਈ ਲਈ ਵਰਤੀਆਂ ਜਾਂਦੀਆਂ ਨੇ ਜਾਂ ਮਨੁੱਖੀ ਵਿਨਾਸ਼ ਲਈ ਵੀ ਵਰਤੀਆਂ ਜਾ ਸਕਦੀਆਂ ਨੇ। ਇਸ ਬਾਰੇ ਜਿਹੜਾ ਕਲੋਨਿੰਗ ਦਾ ਮੋਢੀ ਸੀ ਆਇਨ ਵਿਲਮਟ, ਜਿਨ੍ਹਾਂ ਨੇ ਡੋਲੀ ਸ਼ੀਪ ਵੀ ਕਲੋਨੀ ਕੀਤੀ ਸੀ, ਉਹਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਐਡੀ ਵੱਡੀ ਖੋਜ ਕਰ ਰਹੇ ਹੋ, ਜੇ ਹਿਊਮਨ ਕਲੋਨਿੰਗ ਸ਼ੁਰੂ ਹੋ ਗਈ ਤਾਂ ਇਹਦੇ ਨਾਲ ਮਨੁੱਖੀ ਵਿਕਾਸ ਰੁਕ ਜਾਏਗਾ, ਇਹਦੇ ਨਾਲ ਹੋਰ ਬੜੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਪੈਦਾ ਹੋਣਗੀਆਂ। ਤਾਂ ਉਹਨਾਂ ਦਾ ਇੱਕ ਬੜਾ ਸਿੱਧਾ ਜਿਹਾ ਆਨਸਰ ਸੀ ਕਿ ਵਿਗਿਆਨੀਆਂ ਦਾ ਧਰਮ ਖੋਜਾਂ ਕਰਨਾ ਹੁੰਦਾ ਹੈ, ਖੋਜ ਨੂੰ ਕਿਸ ਤਰ੍ਹਾਂ ਵਰਤਣਾ ਹੈ ਇਹ ਸਮਾਂ ਦੇ ਹਾਕਮਾਂ 'ਤੇ ਨਿਰਭਰ ਕਰਦਾ ਹੈ। ਉਹ ਗੱਲ ਇਹ ਸੱਚ ਹੈ ਕਿਉਂਕਿ ਅਸੀਂ ਨਿਊਕਲੀਅਰ ਐਨਰਜੀ ਨੂੰ ਨਿਊਕਲੀਅਰ ਪਾਵਰ ਪਲਾਂਟ ਬਣਾ ਕੇ ਆਪਣੀਆਂ ਐਨਰਜੀ ਦੀਆਂ ਨੀਡਸ ਵੀ ਪੂਰੀਆਂ ਕਰ ਸਕਦੇ ਹਾਂ, ਜਾਂ ਅਸੀਂ ਐਟਮ ਬੰਬ ਰਾਹੀਂ ਮਨੁੱਖੀ ਤਬਾਹੀ ਦਾ ਸਬੱਬ ਵੀ ਬਣ ਸਕਦੇ ਹਾਂ। ਸੋ ਲੋੜ ਹੈ ਕਿ ਮਨੁੱਖੀ ਵਿਗਿਆਨਕ ਜਿਹੜੀਆਂ ਵੀ ਸਾਡੀਆਂ ਵਿਗਿਆਨਕ ਖੋਜਾਂ ਨੇ ਉਹ ਮਨੁੱਖੀ ਹੋਂਦ ਨੂੰ ਹੋਰ ਬਿਹਤਰ ਬਣਾਉਣ ਵਾਸਤੇ, ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਵਾਸਤੇ, ਜੀਵਨ ਨੂੰ ਹੋਰ ਨਵੇਂ ਅਰਥ ਦੇਣ ਵਾਸਤੇ, ਅਸਾਰੂ ਚੇਤਨਾ ਪੈਦਾ ਕਰਨ ਵਾਸਤੇ, ਮਨੁੱਖੀ ਜ਼ਿੰਦਗੀ ਨੂੰ ਹੋਰ ਸੁਖਾਲਾ ਅਤੇ ਹੋਰ ਆਨੰਦਮਈ ਬਣਾਉਣ ਵਾਸਤੇ ਵਰਤੀਆਂ ਜਾਣ। ਤਾਂ ਇਹਨਾਂ ਵਿਗਿਆਨਕ ਖੋਜਾਂ ਦਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਵਰਨਾ ਇਹ ਵਿਗਿਆਨਕ ਖੋਜਾਂ ਮਨੁੱਖੀ ਤਬਾਹੀ ਦਾ ਸਬੱਬ ਵੀ ਬਣ ਸਕਦੀਆਂ ਨੇ। ਸੋ ਆਸ ਇਹ ਰੱਖਣੀ ਚਾਹੀਦੀ ਹੈ ਕਿ ਇਹ ਵਿਗਿਆਨਕ ਖੋਜਾਂ ਮਨੁੱਖ ਅਤੇ ਮਨੁੱਖ ਦੀ ਸਦੀਵਤਾ ਦਾ ਪੈਗਾਮ ਪੜ੍ਹਦੀਆਂ ਰਹਿਣ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੌਕਾ ਦਿੱਤਾ ਮੈਂ ਤੁਹਾਡੇ ਵਿੱਚ ਆਪਣੇ ਵਿਚਾਰ ਰੱਖ ਸਕਿਆ। ਇਹ ਚੰਗੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਦੇ ਗਿਆਨ ਦੇ ਦਾਨ ਪ੍ਰਦਾਨ ਰਾਹੀਂ ਅਸੀਂ ਇੱਕ ਦੂਜੇ ਨਾਲ ਜੁੜੇ ਰਹੀਏ ਤਾਂ ਕਿ ਅਸੀਂ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਬਣਦਾ ਸਰਦਾ ਯੋਗਦਾਨ ਪਾ ਸਕੀਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।